ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ। ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ ਤੇ ਨਹੀਂ ਛੱਡਦੀ। ਹਾਂਜੀ, ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ ਤੇ ਨਹੀਂ ਛੱਡਦੀ, ਬਲਕਿ ਮਮਤਾ ਦੇ ਪਿਆਰ ਵਿੱਚ ਉਹਨਾਂ ਨੂੰ ਭੈੜੀ ਕੁਸੰਗਤ ਤੋਂ ਬਚਾ ਕੇ ਚੰਗੇਰੇ ਤੇ ਉਚੇਰੇ ਜੀਵਨ ਵੱਲ ਪ੍ਰੇਰਦੀ ਰਹਿੰਦੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਤੋਂ ਮੋੜ ਕੇ ਨੀਵੇਂ ਅਤੇ ਭੈੜੇ ਜੀਵਨ ਤੋਂ ਬਚਾਉਣ ਲਈ, ਉਚੇਰੀ ਦੈਵੀ ਜੀਵਨ ਸੇਧ ਦੇਣ ਲਈ, ਮਾਇਆ ਦੇ ਅਗਨ ਸ਼ੋਕ ਸਾਗਰ ਤੋਂ ਬਚਾਉਣ ਲਈ, ਜਮਾਂ ਤੋਂ ਰੱਖਿਆ ਲਈ, ਭਜਨ ਬੰਦਗੀ ਦੇ ਉਤਸ਼ਾਹ ਲਈ, ਦੈਵੀ ਗੁਣ ਧਾਰਨ ਲਈ, ਲੋਕ ਸੁਖੀ ਤੇ ਪਰਲੋਕ ਸੁਹੇਲਾ ਬਣਾਉਣ ਲਈ, ਆਤਮਕ ਕਲਿਆਣ ਲਈ, ਇਲਾਹੀ ਪਿਆਰ ਮਾਣਨ ਲਈ ਤੇ ਸ਼ਬਦ ਵਿੱਚ ਸੁਰਤ ਜੋੜਨ ਲਈ ਸਮੇਂ-ਸਮੇਂ ਸਿਰ ਗੁਰੂ ਅਵਤਾਰ ਮਹਾਪੁਰਖ ਜਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਨਿੱਘੀ ਗੁਣਾ ਭਰੀ ਸ਼ਖਸੀਅਤ, ਉੱਚੇ ਸੁੱਚੇ ਨਿੱਜੀ ਜੀਵਨ ਦੇ ਕਲਿਆਣਦਾਇਕ ਬਚਨਾਂ ਤੇ ਬਾਣੀਆਂ ਦੁਆਰਾ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਵੱਖ-ਵੱਖ ਦੇਸ਼ਾਂ ਵਿੱਚ ਅੱਡ-ਅੱਡ ਬਾਹਰਲੇ ਧਰਮ ਸਾਜੇ ਅਤੇ ਉਹਨਾਂ ਦਾ ਪ੍ਰਚਾਰ ਕੀਤਾ। ਭਾਵੇਂ ਇਹਨਾਂ ਧਰਮਾਂ ਦੇ ਰੇਖ ਭੇਖ, ਦਰਸ਼ਨ, ਅਸੂਲ, ਮਰਿਆਦਾ, ਰਵਰੀਤਾਂ, ਰਵਾਇਤਾਂ, ਕਰਮ ਕਿਰਿਆ, ਸਾਧਨ, ਬੋਲੀ, ਬਾਣੀ, ਮੰਤਰ ਅਤੇ ਨਾਉ ਬਾਹਰੋਂ ਵੱਖ-ਵੱਖ ਮੁਖਾਲਿਫ ਤੇ ਉਲਟ ਪ੍ਰਤੀਤ ਹੁੰਦੇ ਹਨ, ਪਰ ਜੇ ਗੌਰ ਨਾਲ ਘੋਖਿਆ ਜਾਵੇ ਤਾਂ ਇਹਨਾਂ ਸਾਰਿਆਂ ਦੀ ਤਹਿ ਹੇਠ ਇੱਕੋ ਇੱਕ ਗੈਬੀ, ਗੁਪਤ, ਸੂਖਮ, ਆਤਮਕ ਧਰਮ ਦੀ ਹੀ ਭਾਵਨਾ ਜਾਂ ਪ੍ਰੀਤ ਡੋਰੀ ਦੀ ਅਮਿਟ ਖਿੱਚ ਪ੍ਰਤੀਤ ਹੋਵੇਗੀ। ਜਿਨ੍ਹਾਂ ਪਛੜੇ ਲੋਕਾਂ ਨੂੰ ਕਿਸੇ ਰਬੀਅਤ ਜਾਂ ਧਰਮ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਕਈ ਵਾਰੀ ਭੈ-ਭੀਤ ਅਤੇ ਬੇਵਸ ਹੋਏ ਕੁਦਰਤੀ ਆਫਤਾਂ ਤੋਂ ਬਚਣ ਲਈ ਜਾਂ ਕਿਸੇ ਸਵਾਰਥ ਦੀ ਪੂਰਤੀ ਲਈ ਜਾਂ ਦੂਜਿਆਂ ਦੀ ਵੇਖੋ ਵੇਖੀ ਅਥਵਾ ਰੀਸ ਕਰਕੇ ਆਪਣੇ ਤੋਂ ਕਿਸੇ ਉਚੇਰੀ ਪ੍ਰਬਲ ਸ਼ਕਤੀ ਦੀ ਓਟ ਜਾਂ ਆਸਰਾ ਭਾਲਦੇ ਹਨ। ਉਹਨਾਂ ਨੂੰ ਖੁਸ਼ ਕਰਨ ਅਤੇ ਕਰੋਪੀ ਤੋਂ ਬਚਣ ਲਈ ਸੁਖਣਾ ਸੁਖਦੇ ਜਾਂ ਪੂਜਾ ਆਦਿ ਕਰਦੇ ਹਨ, ਜਿਹਾ ਕਿ ਪਾਣੀ, ਬੈਸੰਤਰ, ਗੁੱਗਾ, ਭੂਤ, ਪ੍ਰੇਤ, ਚੰਨ, ਸੂਰਤ, ਥਿਤ, ਵਾਰ, ਗਊ, ਪਿੱਪਲ, ਦੇਵੀ ਦੇਵਤੇ, ਭੈਰੋ, ਸੀਤਲਾ ਆਦਿ 33 ਕਰੋੜ ਦੇਵੀ ਦੇਵਤਿਆਂ ਦੀ ਲੋਕ ਮਨੋਤ ਕਰਦੇ ਆਏ ਹਨ। ਲੋਕਾਂ ਦਾ ਉਸ ਅਗਮ ਅਗਾਧ ਬੋਧ ਅਦ੍ਰਿਸ਼ਟ ਬਾਰੇ ਗਿਆਨ ਨਾ ਹੋਣ ਕਰਕੇ ਦੇਵੀ ਦੇਵਤੇ ਦੀ ਸ਼ਰਨ ਜਾਣਾ ਅਤੇ ਮਨੋਤ ਕਰਨੀ ਉਸੇ ਅੰਤਰਮੁਖੀ ਗੈਬੀ ਆਤਮਕ ਧਰਮ ਦਾ ਹੀ ਝੌਲਾ ਜਿਹਾ ਪ੍ਰਤੀਕ ਜਾਂ ਬਾਰਮੁਖੀ ਪ੍ਰਗਟਾਵਾ ਹੈ। ਸੋ ਇਹ ਅੰਤਰੀਵ ਗੈਬੀ ਇੱਕੋ ਇੱਕ ਆਤਮਕ ਧਰਮ ਤਾਂ ਅਲਬ ਬੁੱਧੀ ਵਾਲੇ ਜੀਵ ਦੀ ਸਮਝ ਦੀ ਪਕੜ ਤੋਂ ਪਰੇ ਹੈ, ਪਰ ਬਾਹਰਲੇ ਧਰਮ ਨੂੰ ਅਜਿਹਾ ਜੀਵ ਆਪਣੀ ਮਰਜ਼ੀ ਨਾਲ ਸਮਝ ਕੇ ਯਥਾ ਸ਼ਕਤ ਕਮਾ ਸਕਦਾ ਹੈ ਅਤੇ ਆਪਣਾ ਮਾਇਕੀ ਜੀਵਨ ਸਫਲ ਕਰ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਤੇ ਅਨੁਭਵ ਕਰਨ ਲਈ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਫਿਰ ਦੁਹਰਾ ਦਈਏ ਕਿ ਅੰਤਰੀਵ ਗੈਬੀ ਇਲਾਹੀ ਧਰਮ ਨੂੰ ਬੁੱਝਣ ਤੇ ਅਨੁਭਵ ਕਰਨ ਲਈ ਹੀ ਇਹ ਬਾਹਰਲੇ ਧਰਮ ਦਾ ਗਿਆਨ ਅਤੇ ਕਮਾਈ ਇੱਕ ਪ੍ਰਕਾਰ ਨਾਲ ਪੌੜੀ, ਵਿਚੋਲਾ, ਪੁੱਲ, ਜ਼ਰੀਆ, ਸਾਧਨ, ਸੇਧ ਜਾਂ ਸੋਝੀ ਬਣਦੀ ਹੈ। ਇਸ ਤਰ੍ਹਾਂ ਇਹ ਬਾਹਰਮੁਖੀ ਧਰਮ ਜੀਵ ਲਈ ਬੇਅਰਥ ਨਹੀਂ, ਸਗੋਂ ਅਤ ਜ਼ਰੂਰੀ ਅਤੇ ਲਾਜ਼ਮੀ ਹਨ, ਕਿਉਂਕਿ ਇਹਨਾਂ ਬਾਹਰਮੁਖੀ ਧਰਮਾਂ ਦੁਆਰਾ ਸਾਨੂੰ ਅੰਤਰ ਆਤਮੇ ਗੈਬੀ ਇਲਾਹੀ ਧਰਮ ਦੀ ਸੋਝੀ ਹੁੰਦੀ ਹੈ ਤੇ ਇਹਨਾਂ ਬਾਹਰਮੁਖੀ ਧਰਮਾਂ ਤੋਂ ਬਗੈਰ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਅੰਤਰਗਤ ਗੈਬੀ ਇਲਾਹੀ ਧਰਮ ਤੋਂ ਅਗਿਆਤ ਅਤੇ ਬੇਮੁਖ ਹੋਇਆ ਰਹਿੰਦਾ ਹੈ ਅਤੇ ਅਣਜਾਣੇ ਹੀ ਰਸਾਤਲ ਵੱਲ ਸਹਿਜ ਸੁਭਾਏ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਨੀਵੇਂ ਕਰਮਾਂ ਦੁਆਰਾ ਮੋਹ ਮਾਇਆ ਦੇ ਅਗਨ ਸ਼ੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ ਤੇ ਕਰਮਬੱਧ ਹੋ ਕੇ ਨਤੀਜੇ ਭੁਗਤਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਸੋ ਇਹ ਬਾਹਰਮੁਖੀ ਧਰਮ ਅੱਡ-ਅੱਡ ਮਹਾਂਪੁਰਖਾਂ ਨੇ ਭਿੰਨ-ਭਿੰਨ ਦੇਸ਼ਾਂ ਵਿੱਚ
ਸਮੇਂ ਦੀ ਲੋੜ ਅਨੁਸਾਰ ਅਲੱਗ-ਅਲੱਗ ਜਾਂ ਯੁੱਗ ਜਾਂ ਸਮੇਂ ਵਿੱਚ ਵੱਖ-ਵੱਖ ਵਾਤਾਵਰਣ ਵਿੱਚ ਵੱਖ-ਵੱਖ ਬੋਲੀਆਂ ਸਮਝਣ ਤੇ ਬੋਲਣ ਵਾਲਿਆਂ ਲਈ ਰਚੇ ਸਨ। ਇਸ ਲਈ ਇਹਨਾਂ ਦੇ ਰੇਖਾਂ, ਭੇਖਾਂ, ਰਸਮਾਂ, ਰਵਾਇਤਾਂ, ਅਸੂਲਾਂ, ਮਰਿਆਦਾ, ਕਰਮ ਕਿਰਿਆ, ਬਾਣੀ, ਮੰਤਰ, ਨਾਵਾਂ, ਬੋਲੀਆਂ, ਗਿਆਨ, ਸਾਧਨਾ ਵਿਚਕਾਰ ਅਪਣੰਤ ਵਿਸ਼ੇਸ਼ਤਾ, ਭਿੰਨਤਾ, ਵਿਲੱਖਣਤਾ, ਵੱਖਰਾਪਨ ਹੋਣਾ ਸੁਭਾਵਕ ਹੈ। ਸੋ ਬਾਰਮੁਖੀ ਧਰਮਾਂ ਜਾਂ ਮਜ਼ਹਬਾਂ ਦੇ ਵਿਚਕਾਰ ਭਿੰਨਤਾ ਤੋਂ ਇਲਾਵਾ ਆਪੂ ਅਪੜਾਏ ਇੱਕੋ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਉਹਨਾਂ ਦੇ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੀ ਭਿੰਨ-ਭਿੰਨ ਸੰਗਤ ਤੇ ਵਾਤਾਵਰਣ ਅਨੁਸਾਰ ਵਿਲੱਖਣਤਾ ਹੁੰਦੀ ਹੈ। ਹੋਰ ਤਾਂ ਹੋਰ ਇੱਕ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ ਤੇ ਵਿਤਕਰਾ ਵੇਖਣ ਵਿੱਚ ਆਉਂਦਾ ਹੈ। ਹਾਂਜੀ, ਹੋਰ ਤਾਂ ਹੋਰ ਇੱਕ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਧਰਮ ਦੇ ਆਧਾਰ ਤੇ ਵਿਤਕਰਾ, ਵਿਲੱਖਣਤਾ, ਖਿੱਚੋਤਾਣ, ਦਵੈਤ, ਸ਼ੱਕ, ਘਿਰਣਾ, ਤਵੱਸਬ ਆਮ ਵੇਖਣ ਵਿੱਚ ਆਉਂਦਾ ਹੈ। ਇਸ ਦੀਰਘ ਹਾਨੀਕਾਰਕ ਸਵੈ ਵਿਰੋਧੀ ਧਾਰਮਿਕ ਖਿਆਲਾਂ ਤੇ ਨਿਸ਼ਚਿਆਂ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ, ਮੂਲ, ਅਸਲੀ, ਤੁਰੋਂ ਆਏ, ਨਾਲ ਲਿਖੇ, ਨਿੱਜੀ, ਅੰਤਰਮੁਖੀ, ਆਤਮਿਕ, ਪ੍ਰੇਮ ਸਰੂਪ ਇੱਕੋ ਇੱਕ ਧਰਮ ਨੂੰ ਭੁੱਲ ਗਏ ਹਾਂ ਤੇ ਸਾਨੂੰ ਉਸ ਬਾਰੇ ਸੋਝ ਹੀ ਨਹੀਂ ਰਹੀ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਹਾਂਜੀ, ਇਹ ਦਵੈਤ, ਸ਼ੱਕ, ਘਿਰਣਾ, ਤਵੱਸਬ ਜਿਹੜਾ ਧਰਮਾਂ ਵਿੱਚ ਆਮ ਵੇਖਣ ਵਿੱਚ ਆਉਂਦਾ ਹੈ, ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਆਪਣੇ ਗੁਪਤ, ਮੂਲ, ਅਸਲੀ ਤੁਰੋਂ ਆਏ, ਨਾਲ ਲਿਖੇ ਅੰਤਰਮੁਖੀ ਧਰਮ ਨੂੰ ਭੁੱਲ ਗਏ ਹਾਂ। ਇਸ ਦੀਰਘ ਅਤੇ ਭਿਆਨਕ ਭੁੱਲ ਵਿੱਚ ਸਿਰਫ ਆਮ ਜਨਤਾ ਹੀ ਨਹੀਂ ਬਲਕਿ ਸਾਡੇ ਅਖੌਤੀ ਧਾਰਮਿਕ ਪ੍ਰਚਾਰਕ ਅਤੇ ਆਗੂ ਵੀ ਫਸੇ ਹੋਏ ਹਨ। ਗੁਰਬਾਣੀ ਦੀ ਆਤਮਿਕ ਰੋਸ਼ਨੀ ਜਾਂ ਅਨੁਭਵੀ ਗਿਆਨ ਤੋਂ ਬਗੈਰ ਇਹ ਬਾਹਰਲੇ ਧਰਮ ਵੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਵਿਚਰ ਰਹੇ ਹਨ। ਪੜ੍ਹੀਏ, ਗੁਨੀਏ, ਨਾਮ ਸਭ ਸੁਨੀਏ, ਅਨਭਉ ਭਾਵ ਨ ਦਰਸੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਦੂਜੇ ਲਫ਼ਜ਼ਾਂ ਵਿੱਚ ਅਗਿਆਨਤਾ ਕਾਰਨ ਅਸੀਂ ਗੁਰਬਾਣੀ ਦੀ ਆਤਮਿਕ ਰੋਸ਼ਨੀ ਤੋਂ ਓਲੇ ਹੋ ਗਏ ਹਾਂ ਅਤੇ ਮਾਇਆ ਦੇ ਅੰਧ ਗੁਬਾਰ ਵਿੱਚ ਭੁੱਲੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਿਕ ਆਦੇਸ਼ਾਂ ਤੇ ਉਪਦੇਸ਼ਾਂ ਨੂੰ ਵੀ ਫੋਕੀ, ਕੂੜੀ, ਦਿਮਾਗੀ, ਗਲਤ, ਮਾਇਕੀ ਹੰਕਾਰੀ ਰੰਗਤ ਚਾੜ ਦਿੰਦੇ ਹਾਂ ਅਤੇ ਆਪੂ ਘੜੇ ਖਿਆਲਾਂ, ਨਿਸ਼ਚਿਆਂ ਦੀ ਪਾ ਦੇ ਕੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਗੁਰੂ ਤੋਂ ਬੇਮੁਖ ਹੁੰਦੇ ਹਾਂ। ਹਾਂਜੀ, ਗੁਰਬਾਣੀ ਦੀ ਆਤਮਿਕ ਰੋਸ਼ਨੀ ਨੂੰ ਭੁਲਾ ਕੇ ਮਾਇਆ ਦੇ ਅੰਧ ਗੁਬਾਰ ਵਿੱਚ ਭੁੱਲਦੇ ਭਟਕਦੇ ਬਾਹਰਲੇ ਧਰਮਾਂ ਦੇ ਆਤਮਿਕ ਆਦੇਸ਼ਾਂ ਤੇ ਉਪਦੇਸ਼ਾਂ ਨੂੰ ਗਲਤ, ਮਾਇਕੀ, ਹੰਕਾਰੀ ਰੰਗਤ ਚਾੜ ਦਿੰਦੇ ਹਾਂ ਤੇ ਆਪੂ ਘੜੇ ਖਿਆਲਾਂ, ਨਿਸ਼ਚਿਆਂ ਦੀ ਪਾ ਦੇ ਕੇ ਆਪਣੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਦੇ ਹਾਂ। ਇਸ ਤਰ੍ਹਾਂ ਤਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ, ਗੁਰੂ ਤੋਂ ਬੇਮੁਖ ਹੁੰਦੇ ਹਾਂ, ਵੈਰ ਵਿਰੋਧ ਵਧਾਉਂਦੇ ਹਾਂ, ਡਰ ਅਤੇ ਸਹਿਮ ਵਿੱਚ ਰਹਿੰਦੇ ਹਾਂ, ਆਪਣੇ ਤਾਰੇ ਹੋਏ ਧਰਮ ਦੀ ਨਿਖੇਧੀ ਕਰਦੇ ਹਾਂ, ਮੋਹ ਮਾਇਆ ਵਿੱਚ ਹੋਰ ਫਸਦੇ ਹਾਂ, ਮਾਇਆ ਵਿੱਚ ਪਲਜ ਪਲਜ ਕੇ ਜੀਵਨ ਬਤੀਤ ਕਰਦੇ ਹਾਂ, ਕਰਮਬੱਧ ਹੁੰਦੇ ਹਾਂ ਤੇ ਜਮਾਂ ਦੇ ਵਸ ਪੈਂਦੇ ਹਾਂ ਅਤੇ ਆਪਣੇ ਅਸਲੀ ਨਿੱਜੀ ਇਲਾਹੀ ਧਰਮ ਤੋਂ ਦੁਰੇੜੇ ਹੋ ਜਾਂਦੇ ਹਾਂ। ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਇਹ ਬਾਹਰਮੁਖੀ ਧਰਮ ਤਾਂ ਕੇਵਲ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ, ਪੂਰਨਤਾ ਨਹੀਂ। ਇਹ ਪੌੜੀਆਂ ਹਨ, ਸ਼ਿਖਰ ਨਹੀਂ। ਪੜਾਅ ਹਨ, ਮੰਜ਼ਲ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਗਿਆਨ ਹੈ, ਅਨੁਭਵ ਪ੍ਰਕਾਸ਼ ਨਹੀਂ। ਇਹ ਫੋਕਟ ਹਨ, ਰਸ ਨਹੀਂ। ਇਹ ਸੁੱਕੇ ਫੁੱਲ ਹਨ, ਮਹਿਕ ਨਹੀਂ। ਇਹ ਬਲਬ ਹਨ, ਰੋਸ਼ਨੀ ਨਹੀਂ। ਇਹ ਉਦਮ ਹਨ, ਪ੍ਰਾਪਤੀ ਨਹੀਂ। ਪਰ ਅਸੀਂ ਆਤਮਿਕ ਧਰਮ ਦੇ ਸਫ਼ਰ ਦੀ ਸਚਖੰਡੀ ਮੰਜ਼ਲ ਨੂੰ ਭੁੱਲ ਕੇ ਬਾਹਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਹਾਂਜੀ, ਫਿਰ ਦੁਹਰਾ ਦਈਏ ਕਿ ਅਸੀਂ ਆਤਮਿਕ ਧਰਮ ਦੇ ਸਫ਼ਰ ਦੀ ਸਚਖੰਡੀ ਮੰਜ਼ਲ ਨੂੰ ਭੁੱਲ ਕੇ ਬਾਹਰਮੁਖੀ ਧਰਮ ਦੇ ਪੜਾਅ ਨੂੰ ਹੀ ਮੰਜ਼ਲ ਸਮਝ ਕੇ ਰਾਹ ਵਿੱਚ ਅਟਕ ਜਾਂਦੇ ਹਾਂ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ।
ਸੋ ਅਨੇਕਾਂ ਜੀਵਾਂ ਨੂੰ ਤਾਂ ਆਪਣੇ ਜੀਵਨ ਨਿਸ਼ਾਨੇ ਦੀ ਹੀ ਸੋਝੀ ਨਹੀਂ। ਉਹਨਾਂ ਨੂੰ ਗਿਆਨ ਹੀ ਨਹੀਂ ਕਿ ਜੀਵਨ ਦਾ ਕੋਈ ਵਿਸ਼ੇਸ਼ ਮਨੋਰਥ ਹੈ। ਜਿਸ ਨੂੰ ਨਿਸ਼ਾਨੇ ਦੀ ਸੋਝੀ ਨਹੀਂ, ਉਹ ਕਿਸ ਸੇਧ ਤੇ ਚੱਲੇ। ਅਜਿਹੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਹਾਂਜੀ, ਜਿਹੜੇ ਜੀਵਾਂ ਨੂੰ ਆਪਣੇ ਜੀਵਨ ਉਦੇਸ਼ ਦਾ, ਆਪਣੇ ਨਿਸ਼ਾਨੇ ਦਾ ਨਹੀਂ ਪਤਾ, ਅਜਿਹੇ ਲੋਕਾਂ ਨੂੰ ਦ੍ਰਿਸ਼ਟਮਾਨ ਦੁਨਿਆਵੀ ਪੜਾਵਾਂ ਦੇ ਸਵਾਦ ਹੀ ਖਿੱਚਾ ਪਾਉਂਦੇ ਹਨ। ਅਨਰਸਾਂ ਦਾ ਸਵਾਦ ਹੀ ਉਹਨਾਂ ਲਈ ਮਹਾ ਆਨੰਦ ਹੈ, ਭਾਵੇਂ ਇਹਨਾਂ ਨਾਲ ਉਹਨਾਂ ਦੀ ਪਿਆਸ ਕਦੇ ਨਹੀਂ ਬੁਝਦੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਆਂਦ ਰਸਾ ਜੇਤੇ ਤੈਂ ਚਾਖੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਇਹੋ ਜੇ ਦੁਨਿਆਵੀ ਰਸਾਂ ਵਿੱਚ ਮਸਤ ਕੁਝ ਅਖੌਤੀ ਸਿਆਣੇ ਆਪਣੀ ਥੋਤੀ ਮਤ ਅਨਸਾਰ ਐਸੇ ਅਖਾਣ ਵੀ ਘੜ ਲੈਂਦੇ ਹਨ, ਜਿਹਾ ਕਿ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਜਾਂ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸ। ਪਰ ਜੇ ਫਰੀਦ ਜੀ ਵਰਗਾ ਅਨੁਭਵੀ ਕਮਾਈ ਵਾਲਾ ਬਖਸ਼ਿਆ ਮਹਾਂਪੁਰਖ ਦੱਸੇ ਵੀ ਕਿ ਇਹਨਾਂ ਦੁਨਿਆਵੀ ਰਸਾਂ ਤੋਂ ਵੀ ਉੱਤੇ ਇੱਕ ਬਹੁਤ ਮਿੱਠੀ ਅਤੇ ਸਵਾਦਲੀ ਵਸਤੂ ਹੈ, ਉਹ ਹੈ ਰੱਬ ਦਾ ਨਾਮ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਪਰ ਤਦ ਵੀ ਉਹਨਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਆਉਂਦਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਤਾਂ ਕਰਤੇ ਨੂੰ ਭੁੱਲ ਕੇ, ਕਰਤੇ ਨੂੰ ਛੱਡ ਕੇ ਕਾਰਨ ਵਿੱਚ ਗਲਤਾਨ ਹੋਏ ਪਏ ਹਨ। ਇਸੇ ਨੂੰ ਹੀ ਜੀਵਨ ਦਾ ਅਸਲੀ ਮਨੋਰਥ ਜਾਂ ਅੰਤਮ ਪ੍ਰਾਪਤੀ ਮੰਨੀ ਬੈਠੇ ਹਨ, ਜੋ ਕਿ ਗਲਤ ਹੈ। ਖਸਮ ਛੋੜ ਦੂਜੇ ਲਗੇ, ਡੂਬੇ ਸੇਵਣ ਜਾ ਰਿਹਾ। ਮੂਲ ਛੋੜ ਡਾਲੀ ਲਗੇ, ਕਿਆ ਪਾਵੈ ਛਾਈ। ਮੂਲ ਛੋੜ ਲਾਗੇ ਦੂਜੇ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਬਿਨ ਕਰਤਾਰ ਨ ਕੀਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤੈਂ ਪਰਮੇਸ਼ਰ ਜਾਨੋ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ। ਦਰਅਸਲ ਅਸੀਂ ਆਪਣੇ ਆਤਮਿਕ ਕੇਂਦਰ ਧਰਮ ਤੋਂ ਜਾ ਅਕਾਲ ਪੁਰਖ ਨੂੰ ਭੁੱਲ ਕੇ, ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਫਸ ਕੇ, ਧਰਮ ਵਰਗੀ ਦੈਵੀ ਸਾਧਨਾ ਨੂੰ ਵੀ ਆਪਣੀ ਹਉਮੈ ਦਾ ਛੋੜ ਝਾੜ ਦਿੰਦੇ ਹਾਂ। ਅਸੀਂ ਆਪਣੇ ਹਉਮੈ ਵੇੜੇ ਮਨ ਦੀ ਰੰਗਤ ਅਨਸਾਰ ਅਪਣਾਏ ਹੋਏ ਬਾਹਰਲੇ ਧਰਮ ਦੇ ਖਿਆਲਾਂ, ਗਿਆਨ ਤੇ ਨਿਸ਼ਚਿਆਂ ਨੂੰ ਵੀ ਆਪੋ ਆਪਣਾ ਰੰਗ ਝਾੜ ਦਿੰਦੇ ਹਾਂ। ਹਰ ਇੱਕ ਇਨਸਾਨ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਹਰ ਕੋਈ ਆਪਣੀ ਸ਼੍ਰੇਣੀ ਦੇ ਬਾਹਰਲੇ ਧਰਮ ਨੂੰ ਅੱਡ ਅੱਡ ਦ੍ਰਿਸ਼ਟੀਕੋਣ ਨਾਲ, ਭਿੰਨ ਭਿੰਨ ਖਿਆਲਾਂ ਦੁਆਰਾ, ਵੱਖ ਵੱਖ ਨਿਸ਼ਚਿਆਂ ਰਾਹੀਂ, ਆਪੋ ਆਪਣੀ ਬੁੱਧੀ ਅਨਸਾਰ, ਅਲੱਗ ਅਲੱਗ ਮਨ ਦੀਆਂ ਤਰੰਗਾਂ ਨਾਲ, ਆਪੋ ਆਪਣੀ ਲੋੜ ਅਨਸਾਰ, ਆਪੋ ਆਪਣੇ ਵਾਤਾਵਰਣ ਅਨਸਾਰ, ਆਪੋ ਆਪਣੀਆਂ ਮਾਇਕੀ ਵਾਸ਼ਨਾਵਾਂ ਅਨਸਾਰ, ਆਪੋ ਆਪਣੀ ਨਿੱਜੀ ਰੰਗਤ ਝਾੜ ਕੇ ਆਪਣੀ ਹੀ ਸਹੂਲੀਅਤ ਤੇ ਸਵਾਰਥ ਦੀ ਪੂਰਤੀ ਲਈ ਤਰੋੜ ਮਰੋੜ ਕੇ, ਬਦਲ ਕੇ ਆਪੋ ਆਪਣੇ ਅਰਥ ਤੇ ਭਾਵਨਾ ਕੱਢ ਲੈਂਦਾ ਹੈ। ਇਸ ਤਰ੍ਹਾਂ ਹਰ ਇੱਕ ਇਨਸਾਨ ਨੇ ਆਪੋ ਆਪਣਾ ਬਾਹਰਲਾ ਧਰਮ ਸਮਝਿਆ, ਬੁੱਝਿਆ, ਅਰਥਾਇਆ, ਘੜਿਆ ਤੇ ਅਪਣਾਇਆ ਹੋਇਆ ਹੈ। ਇਹੋ ਜਿਹੀ ਭਿੰਨਤਾ ਤੇ ਵਿਲੱਖਣਤਾ ਦੇ ਦਿਖਾਵੇ ਤੇ ਪ੍ਰਗਟਾਵੇ ਅੰਦਰ ਧਰਮੀ ਇਨਸਾਨਾਂ ਦੇ ਵਿਚਕਾਰ ਆਪੋ ਵਿੱਚ ਵਾਦ ਵਿਵਾਦ, ਈਰਖਾ, ਦਵੈਤ, ਕਿਰਨਾ, ਵੈਰ ਵਿਰੋਧ, ਤਵੱਸਬ ਜਾਂ ਟਾਕਰਾ ਹੋਣਾ ਲਾਜ਼ਮੀ ਹੈ। ਇਹੋ ਕਾਰਨ ਹੈ ਕਿ ਅਸੀਂ ਆਪ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਕਿਰਨਾ ਨਾਲ, ਨੀਵੀਂ ਨਿਗਾਹ ਨਾਲ, ਨਫ਼ਰਤ ਨਾਲ, ਸ਼ੱਕ ਨਾਲ ਦੇਖਦੇ ਹਾਂ ਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ। ਹਾਂਜੀ, ਕਿਉਂਕਿ ਹਰ ਇੱਕ ਜੀਵ ਨੇ ਆਪਣੇ ਖਿਆਲਾਂ ਅਨੁਸਾਰ, ਆਪਣੇ ਨਿਸ਼ਚਿਆਂ ਅਨੁਸਾਰ, ਆਪਣੀ ਹਉਮੈ ਦੀ ਰੰਗਤ ਅਨੁਸਾਰ ਇਸ ਬਾਹਰਲੇ ਧਰਮ ਨੂੰ ਆਪਣੀ ਹੀ ਸਹੂਲੀਅਤ ਤੇ ਸਵਾਰਥ ਲਈ ਤੋੜ ਮਰੋੜ ਕੇ, ਬਦਲ ਕੇ ਆਪੋ ਆਪਣੇ ਅਰਥ ਤੇ ਭਾਵਨਾ ਕੱਢ ਲਏ ਹਨ। ਸੋ ਇਸ ਤਰ੍ਹਾਂ ਹਰ ਕੋਈ ਇਹ ਸਮਝਦਾ ਹੈ ਮੇਰੀ ਜਿਹੜੀ ਭਾਵਨਾ ਹੈ ਧਰਮ ਦੇ ਪ੍ਰਤੀ ਉਹ ਸਹੀ ਹੈ। ਆਪੂ ਭਲੇ ਭਲੇਰੇ ਬਣ ਕੇ ਇੱਕ ਦੂਜੇ ਨੂੰ ਫਿਰ ਅਸੀਂ ਕਿਰਨਾ ਨਾਲ, ਨੀਵੀਂ ਨਿਗਾਹ ਨਾਲ, ਨਫ਼ਰਤ ਨਾਲ ਅਤੇ ਸ਼ੱਕ ਨਾਲ ਦੇਖਦੇ ਹਾਂ ਅਤੇ ਦੂਜਿਆਂ ਉੱਤੇ ਫਤਵਾ ਲਾਉਣ ਲਈ ਤਿਆਰ ਬਰ ਤਿਆਰ ਰਹਿੰਦੇ ਹਾਂ। ਪਰ ਜਦ ਇਹ ਮਜ਼ਹਬੀ ਤਵੱਸਦ ਸੰਗਠਿਤ ਹੋ ਕੇ ਦੂਜਿਆਂ ਧਰਮਾਂ ਨਾਲ ਟੱਕਰ ਲੈਂਦਾ ਹੈ ਤਾਂ ਖਲਕਤ ਦਾ ਰੱਬ ਹੀ ਰਾਖਾ।
हैरानी की गल यह है कि यह मजहबी तवस्सुब की अग या जहर धर्म की आड़ विच या धर्म के नां ते फैलाई जाती है, जिसका भयानक नतीजा दोहां अखौती धार्मिक श्रेणियों नूं भुगतना पैंदा है। इस हासोहीणे धार्मिक अंध विश्वास के जोश विच रब, रबी हुक्म, नाम, दैवी अंतरमुखी धर्म, बारमुखी धर्म, गुरुआं ते महापुरुषां दे उपदेशां, दैवी गुणां, इंसानियत नूं भुला के ते इहो जे उत्तम उपदेशां नूं छिक्के ते टंग के तलांजली दे देंदे हां अते बिगड़ रूप या ताणक रूप धार के अपने उत्ते अते रबी खलकत उत्ते अजाई जुल्म दा कारण बनते हैं। इस तरह मजहबी तवस्सुब वालियां इन्हां अखौती धर्मियां नूं कित्थे ढोई नहीं मिल सकती। गुरुआं महापुरखां दे उपदेशां अते बाणियां विच अंतरमुखी इक्को एक धर्म की बाबत बेअंत रोशनी पाई गई है, पर इंसान इन्हां डूंघियां दैवी भावनावां तो अपनी अज्ञानता कारण अनजान है। इंसान नूं गुरुआं ते भगतां ने बाहरले धर्म इसे करके बख्शे सन ताकि वह अंतरमुखी हो के अपने नाल लिखे इलाही धर्म नूं समझ बुझ के अपना जीवन पंध मुका सके। हाँ जी, फिर दोहरा दईए कि इंसान नूं गुरुआं अते भगतां ने ये बाहरले धर्म इस करके बख्शे सन ताकि वह अंतरमुखी हो के अपने नाल लिखे इलाही धर्म नूं समझ बुझ के अपना जीवन पंध मुका सके। पर साडी मायकी होमे इतनी तीखण ते मलीन हो गई है कि असी इन्हां बाहरले धर्मां नूं समझण ते कमाउण दी बजाय इन्हां नूं अपने निजी स्वार्थां दी पूर्ति लई सहूलियत वजों वरतन दा एक जरिया बना छड्या है। हाँ जी, अंतरमुखी हो के नाल लिखे लाई धर्म नूं बुझण लई ये जिहड़े बाहरमुखी धर्म सानू बख्शे गए सन, पर असी की कीता, इन्हां बाहरले धर्मां नूं समझण ते कमाउण दी बजाय इन्हां नूं अपनी निजी स्वार्थां दी पूर्ति लई सहूलियत वजों वरतन दा एक जरिया बना छड्या है। गुरुआं अवतारां भगतां ने तां सानू अपने उपदेशां ते बाणियां राहीं सही आत्मिक जीवन सेध दित्ती है, पर उन्हां दे पैरोकारां ने समा पा के कईयां पीढ़ियां दे अरसे विच आपो अपने शख्सी निश्चयां, निजी तजर्बियां ते मजबूरियां कारण इन्हां उपदेशां उत्ते अपनी मानसिक सूखम रंगत दा ठप्पा ला दिता है। इस तरह एक धर्म दे कई फिरके बनते गए ते इन्हां फिरकियां दे विचकार निक्के निक्के वितकरे, वखरापन, विरोधता वधदी गई, जिस दी वजह नाल इन्हां दा आपस विच भी वाद विवाद, वैर विरोध, ईरखा, द्वैत, घिरना, तवस्सुब, टाकरा, झगड़े, लड़ाइयां वधियां गईयां। जद साडे इक्को धर्म दे फिरकियां विचकार यह हासोहीणा ते अफसोसनाक तवस्सुब दा वतीरा है, तां दूजे धर्मां नाल जो मजहबी तवस्सुब दा वतीरा हुंदा है वह प्रतख रूप विच जाहिर हो रहा है। इस तरह आत्मक धर्म दा तुरा, मूल जां तत्त साडे ख्यालां निश्चयां विचों ओले हुंदा गया अते टाणियां पत्तियां नूं जफा मार के असी आपस विच ही अजाई खैंदे रहंदे हां। हाँ जी, आत्मक धर्म दा तुरा, आत्मक धर्म दा मूल जां तत्त ये साडे ख्यालां निश्चयां विचों ओले हुंदा गया ते असी टाणियां पत्तियां नूं जफियां मार के आपस विच ही अजाई खैंदे रहंदे हां। राम रहीम कहाएं दे एक नाम दोयरा भुलाणे, सच किनारे रह गया खैमर दे बामण मोलाणे। सो धर्म या मजहब तां इंसान नूं नीवियां मायकी रुचियां, पशु बिरतियां, ईरखा द्वैत, वैर विरोध, शक साड़े, विकारां, पापां, मायकी परम दे हनेरे, वहमां, परम भुलेखियां, मैं मेरी दी लालसा, मोह दी दलदल, तृष्णा दी अग, काम क्रोध दे भांबड़ा, होमे दे कंडियां, चिंता चिखा, दुख कलेशां दी बाबत ताड़ना करन अते इन्हां अवगुणां तो होण लई रचे गए सन। पर जेकर साडे हिरदे अंदर उपर दसे मायकी अवगण प्रवेश ते प्रवृत्त हो रहे हैं तां यह पक्का सबूत है कि असी सही अर्थां विच कोई धर्म नहीं तारिया। हाँ जी, जे किसी दे प्रति साडे अंदर शक है, वैर विरोध है, साड़ा है, ईर्खा द्वैत है, विकार हन, पशु बिरतियां हन, काम क्रोध है,
ਚਿੰਤਾ ਹੈ, ਦੁੱਖ ਕਲੇਸ਼ ਹੈ, ਤਾਂ ਸਮਝ ਲਓ ਕਿ ਅਸੀਂ ਸਹੀ ਅਰਥਾਂ ਵਿੱਚ ਕੋਈ ਧਰਮ ਨਹੀਂ ਧਾਰਿਆ। ਤੇ ਜੇ ਇਸ ਹਾਲਤ ਵਿੱਚ ਕੋਈ ਅਖੌਤੀ ਧਰਮ ਧਾਰਿਆ ਵੀ ਜਾਂਦਾ ਹੈ, ਅੰਦਰ ਜੇ ਵਿਕਾਰ ਵੀ ਹੋਣ ਤੇ ਉੱਪਰੋਂ ਵਿਕਾਰਾਂ ਤੋਂ ਵੀ ਛੁਟਕਾਰਾ ਨਹੀਂ, ਤੇ ਉੱਪਰੋਂ ਜਿਹੜਾ ਧਰਮ ਧਾਰਿਆ ਜਾਂਦਾ ਹੈ ਇਹ ਓਪਰਾ ਜਿਹਾ, ਰੀਸੋ ਰੀਸੀ, ਦਿਖਾਵੇ ਮਾਤਰ, ਵਡਿਆਈ ਲਈ, ਭਲੇ ਭਲੇਰੇ ਬਣਨ ਲਈ, ਆਪਣੀ ਮਾਨਸਿਕ ਤਸੱਲੀ ਲਈ, ਸਵਾਰਥ ਦੀ ਪੂਰਤੀ ਲਈ, ਦੁੱਖਾਂ ਕਲੇਸ਼ਾਂ ਨੂੰ ਟਾਲਣ ਲਈ, ਪਾਪਾਂ ਨੂੰ ਢਕਣ ਲਈ, ਜਮਾਂ ਦੀ ਸਜ਼ਾ ਤੋਂ ਬਚਣ ਲਈ, ਨਰਕ ਤੋਂ ਬਚਣ ਲਈ, ਸਵਰਗ ਵਿੱਚ ਪਹੁੰਚਣ ਲਈ ਦਿਮਾਗੀ ਤੌਰ ਤੇ ਅਪਣਾਇਆ ਜਾਂਦਾ ਹੈ। ਸੋ ਇਹੋ ਜੀ ਭਾਵਨਾ ਨਾਲ ਧਰਮ ਧਾਰਨ ਵਿੱਚ ਆਤਮਿਕ ਸ਼ਰਧਾ ਭਾਵਨੀ ਦੀ ਲੇਸ਼ ਵੀ ਨਹੀਂ ਹੁੰਦੀ। ਪਰ ਬਾਹਰਮੁਖੀ ਧਰਮ ਨੂੰ ਕਮਾਉਣ ਲਈ ਤਾਂ ਸ਼ਰਧਾ ਬਹੁਤ ਜ਼ਰੂਰੀ ਹੈ। ਇਸ ਸ਼ਰਧਾ ਭਾਵਨੀ ਦੀ ਅਹਿਮੀਅਤ ਨੂੰ ਹੇਠ ਲਿਖੀ ਮਿਸਾਲ ਹੋਰ ਵੀ ਸਪਸ਼ਟ ਕਰ ਦਿੰਦੀ ਹੈ। ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤੀ ਜਾਵੇ ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਤੇ ਆਖਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਫਿਰ ਦੁਹਰਾ ਦਈਏ, ਜੇਕਰ ਕਿਸੇ ਮਸ਼ੀਨ ਨੂੰ ਤੇਲ ਜਾਂ ਗਰੀਸ ਨਾ ਦਿੱਤਾ ਜਾਵੇ ਤਾਂ ਉਹ ਮਸ਼ੀਨ ਕੁਝ ਚਿਰ ਚੱਲ ਕੇ ਗਰਮ ਹੋ ਜਾਂਦੀ ਹੈ ਤੇ ਆਖਰ ਇੰਜਨ ਸੜ ਕੇ ਨਿਕੰਮਾ ਹੋ ਜਾਂਦਾ ਹੈ। ਦੂਸਰੇ ਲਫ਼ਜ਼ਾਂ ਵਿੱਚ ਤੇਲ ਜਾਂ ਗਰੀਸ ਹੀ ਇੰਜਨ ਨੂੰ ਗਰਮ ਹੋਣ ਤੋਂ ਸੜਨ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਧਾਰਮਿਕ ਕਰਮ ਕਿਰਿਆ ਲਈ ਵੀ ਆਤਮਿਕ ਸ਼ਰਧਾ ਭਾਵਨੀ ਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਅਤ ਜ਼ਰੂਰੀ ਹੈ। ਹਾਂਜੀ, ਧਾਰਮਿਕ ਕਰਮ ਕਿਰਿਆ ਲਈ ਵੀ ਆਤਮਿਕ ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਦੀ ਚਿਕਨਾਹਟ ਬਹੁਤ ਜ਼ਰੂਰੀ ਹੈ। ਇਸ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਹ ਤੇ ਹਉਮੈ ਵਿੱਚ ਕੀਤੇ ਗਏ ਸਾਡੇ ਧਾਰਮਿਕ ਕਰਮ, ਧਰਮ, ਉਪਾਸ਼ਨਾ, ਪਾਠ, ਪੂਜਾ, ਭਗਤੀ, ਹਠ, ਜਪ, ਤਪ, ਸੇਵਾ, ਨੇਕੀਆਂ, ਪਰਉਪਕਾਰ, ਪੁੰਨ ਦਾਨ ਆਦਿ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ, ਰੀਸੋ ਰੀਸੀ ਜਾਂ ਆਪਣੇ ਹਉਮੈ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਫਿਰ ਦੁਹਰਾ ਦਈਏ ਕਿ ਪ੍ਰੇਮ ਭਾਵਨਾ ਦੇ ਤੇਲ ਤੋਂ ਬਗੈਰ ਦਿਮਾਗੀ ਸਤਹ ਤੇ ਹਉਮੈ ਵਿੱਚ ਕੀਤੇ ਗਏ ਧਾਰਮਿਕ ਕਰਮ, ਧਰਮ, ਉਪਾਸ਼ਨਾ, ਪਾਠ, ਪੂਜਾ, ਭਗਤੀ ਵੀ, ਹਠ, ਜਪ, ਤਪ, ਸੇਵਾ, ਹਾਂਜੀ, ਨੇਕੀਆਂ, ਪਰਉਪਕਾਰ, ਪੁੰਨ ਦਾਨ ਆਦਿ ਸਭ ਰੁੱਖੇ, ਸੁੱਕੇ, ਫੋਕੇ, ਬੇਰਸੇ, ਦਿਮਾਗੀ ਸ਼ੁਗਲ, ਸੌਦਾਬਾਜ਼ੀ, ਦਿਖਾਵੇ ਲਈ, ਰੀਸੋ ਰੀਸੀ ਤੇ ਹਉਮੈ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਹਨ। ਪਾਖੰਡ ਧਰਮ ਪ੍ਰੀਤ ਨਹੀਂ ਹਰਸਿਓ, ਗੁਰ ਸ਼ਬਦ ਮਹਾਰਸ ਪਾਇਆ। कूड़ क्रिया उर्ज्यो सब ही जग, श्री भगवान को भेद न पायो। कोट कर्म करे हूं तारे, श्रम पावे सगले बिरथारे। अनक तपस्या करे अहंकार, नरक सुर्ग फिर अवतार। अनक जतन कर आत्म नहीं दरवे, हर दरगे को कैसे गवे। बाहर ज्ञान ध्यान स्नान, अंतर व्यापै लोभ स्वान। हाँ करते कर्मरत ताको पार अफार, प्रीत नहीं जो नाम स्यों तो एऊ कर्म बेकार। इसे कारण धार्मिक अस्थानां ते संस्थावां विच भी शरदा भावनी ते प्रेम स्वैपना तो बगैर छेती मैं मेरी खुदगर्जी खिच्चो ताण पार्टीबाजी ईर्खा द्वैत वैर विरोध लोभ क्रोध भ्रिष्टाचार झगड़े लड़ाइयां खून खराबा हौमे दा बोलबाला ते वर्त वर्तारा हो जाता है। हाँ जी, जिस भी धर्म अस्थान या जिस भी धार्मिक संस्था दे विचकार प्रेम स्वैपना ते शरदा भावनी नहीं रहिंदी, उन्हां संस्थावां दा की हाल होंदा है। फिर दोहरा दईए, इसे कारण धार्मिक अस्थानां ते संस्थावां विच भी शरदा भावनी ते प्रेम स्वैपना तो बगैर छेती ही मैं मेरी खुदगर्जी खिच्चो ताण पार्टी बाजी ईर्खा द्वैत वैर विरोध क्रोध भ्रिष्टाचार झगड़े लड़ाइयां खून खराबा हौमे दा बोलबाला ते वर्त वर्तारा हो जाता है। सो दैवी धर्म तां इंसान नूं सदाचार सिखावण, मैत्री भाव वधावण, एक दूजे दा सहायक बनन,
ਇੱਕ ਦੂਜੇ ਨਾਲ ਪਿਆਰ ਕਰਨ, ਮਿਲਵਰਤਨ ਦੀ ਜਾਚ ਦੱਸਣ, ਸੇਵਾ ਕੁਰਬਾਨੀ ਦੀ ਸਿੱਖਿਆ ਦੇਣ, ਸੁਖ ਸ਼ਾਂਤੀ ਵਰਤਾਵਣ, ਸਹੀ ਮਾਨਸਿਕ ਜੀਵਨ ਸੇਧ ਦੇਣ, ਸਹੀ ਆਤਮਿਕ ਜੀਵਨ ਸੇਧ ਦੇਣ, ਆਤਮਿਕ ਗਿਆਨ ਦੀ ਸੋਝੀ ਦੇਣ, ਸਾਧ ਸੰਗਤ ਤੋਂ ਲਾਹਾ ਲੈਣ, ਸਿਮਰਨ ਦੀ ਜੁਗਤੀ ਦੱਸਣ, ਭਗਤੀ ਕਮਾਵਣ, ਜੀਵਨ ਸਫਲਾ ਕਰਨ, ਆਤਮਿਕ ਪ੍ਰਕਾਸ਼, ਆਤਮਿਕ ਕਲਿਆਣ ਤੇ ਮੁਕਤੀ ਪਾਵਣ ਲਈ ਸਾਜੇ ਅਤੇ ਬਖਸ਼ੇ ਗਏ ਸਨ। ਜੇਕਰ ਸਾਡੇ ਜੀਵਨ ਵਿੱਚ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਤੇ ਪ੍ਰਗਟਾਵਾ ਨਹੀਂ ਦੱਸਦਾ ਤਾਂ ਸਮਝ ਲਓ ਅਸੀਂ ਆਪਣੇ ਹਿਰਦੇ ਵਿੱਚ ਕੋਈ ਧਰਮ ਹੀ ਨਹੀਂ ਧਾਰਿਆ। ਹਾਂਜੀ, ਜੇ ਮਿਲਵਰਤਨ ਵਿੱਚ ਰਹਿਣ ਦੀ ਜਾਚ ਨਹੀਂ ਆਈ, ਇੱਕ ਦੂਜੇ ਨੂੰ ਪਿਆਰ ਕਰਨਾ ਨਹੀਂ ਸਿੱਖੇ, ਸੇਵਾ ਕੁਰਬਾਨੀ ਦੀ ਸਿੱਖਿਆ ਨਹੀਂ ਲਈ, ਸਾਧ ਸੰਗਤ ਤੋਂ ਲਾਹਾ ਲੈਣ ਦੀ ਜਾਚ ਨਹੀਂ ਸਿੱਖੇ, ਸਿਮਰਨ ਦੀ ਜੁਗਤੀ ਨਹੀਂ ਸਿੱਖੇ, ਭਗਤੀ ਕਮਾਵਣਾ ਨਹੀਂ ਸਿੱਖੇ, ਤਾਂ ਸਮਝ ਲਓ ਜੇ ਉੱਪਰਲੇ ਦੈਵੀ ਗੁਣਾਂ ਦਾ ਪ੍ਰਵੇਸ਼ ਤੇ ਪ੍ਰਗਟਾਵਾ ਨਹੀਂ ਦਿਸਦਾ ਤਾਂ ਸਮਝ ਲਓ ਕਿ ਅਸੀਂ ਆਪਣੇ ਹਿਰਦੇ ਵਿੱਚ ਕੋਈ ਧਰਮ ਨਹੀਂ ਧਾਰੇ ਅਤੇ ਅਜੇ ਤਾਂ ਅਸੀਂ ਇਨਸਾਨੀਅਤ ਤੋਂ ਵੀ ਹੇਠਾਂ ਹਾਂ। ਦੂਜੇ ਲਫ਼ਜ਼ਾਂ ਵਿੱਚ ਮਨ ਦੀ ਰੰਗਤ, ਖਿਆਲਾਂ ਦਾ ਝੁਕਾਓ, ਵਲਵਲਿਆਂ ਦੀ ਭਾਵਨਾ, ਬੋਲੀ ਦੀ ਆਵਾਜ਼, ਆਵਾਜ਼ ਦੀਆਂ ਲਹਿਰਾਂ, ਲਹਿਰਾਂ ਦੇ ਜੋਸ਼, ਚਿਹਰੇ ਦੀ ਤਿਊੜੀ, ਅੱਖਾਂ ਦੀ ਚਮਕ, ਸਰੀਰ ਦੀ ਅਦਾ, ਵਰਤ ਵਰਤਾਰਾ, ਲੇਵਾ ਦੇਵੀ, ਕਰਮਾਂ ਦੀ ਰੰਗਤ, ਨਿਸ਼ਚਾ, ਸਵਾਰਥ ਦੀ ਰੰਗਤ, ਕਾਮ ਕ੍ਰੋਧ ਦੀਆਂ ਲਹਿਰਾਂ, ਲੋਭ ਮੋਹ ਦੀ ਭਾਵਨਾ ਤੇ ਨਿਮਰਤਾ ਜਾਂ ਹੰਗਤਾ ਰਾਹੀਂ ਜੀਵਨ ਦੇ ਹਰ ਪੱਖ ਵਿੱਚ ਖਿੰਨ ਖਿੰਨ ਸਹਿਜ ਸੁਭਾਏ ਅਣਜਾਣੇ ਹੀ ਸਾਡੇ ਅਮਲੀ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਹਾਂਜੀ, ਰੋਜ਼ਮਰਾ ਜ਼ਿੰਦਗੀ ਵਿੱਚ ਸਾਡੇ ਵਤੀਰੇ ਤੋਂ ਹੀ ਸਾਡੇ ਨਿੱਜੀ ਧਰਮ ਦਾ ਲਿਸ਼ਕਾਰਾ ਪੈਂਦਾ ਰਹਿੰਦਾ ਹੈ। ਉੱਪਰੋਂ ਭਾਵੇਂ ਅਸੀਂ ਕਿਤਨੇ ਹੀ ਭਲੇ ਭਲੇਰੇ, ਪਰਉਪਕਾਰੀ, ਬੁੱਧੀਵਾਨ, ਨੇਕ, ਗਿਆਨੀ, ਪੰਡਤ, ਆਚਾਰੀਆ, ਮਹਾਪੁਰਖ ਬਣੇ ਫਿਰੀਏ ਤੇ ਆਪਣੀ ਅੰਦਰਲੀ ਨਿੱਜੀ ਧਾਰਮਿਕ ਅਵਸਥਾ ਨੂੰ ਢੱਕਣ ਤੇ ਛੁਪਾਉਣ ਦੀ ਕੋਸ਼ਿਸ਼ ਕਰੀਏ। ਲੋਕਾਂ ਨੂੰ ਧੋਖਾ ਦੇਣ ਲਈ ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਲਈ ਲੱਖ ਯਤਨ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸ ਨੂੰ ਨਿਰਮਲਤਾ ਦਾ ਦਰਜਾ ਤਾਂ ਨਹੀਂ ਦਿੱਤਾ ਜਾ ਸਕਦਾ। ਹਾਂਜੀ, ਲੋਕਾਂ ਨੂੰ ਧੋਖਾ ਦੇਣ ਲਈ ਕੋਈ ਆਪਣੀ ਅੰਦਰਲੀ ਕਾਲਖ ਨੂੰ ਛੁਪਾਉਣ ਦੀ ਲੱਖ ਕੋਸ਼ਿਸ਼ ਕਰੇ, ਪਰ ਕਾਲਖ ਨੇ ਤਾਂ ਕਾਲਖ ਹੀ ਰਹਿਣਾ ਹੈ, ਉਸ ਨੂੰ ਨਿਰਮਲਤਾ ਦਾ ਦਰਜਾ ਤਾਂ ਨਹੀਂ ਦਿੱਤਾ ਜਾ ਸਕਦਾ। ਕੋਈ ਗੁਨਾਹਗਾਰ ਦਰਵੇਸ਼ਾਂ ਦੇ ਕੱਪੜੇ ਪਾ ਕੇ, ਭੇਖ ਧਾਰ ਕੇ ਦਰਵੇਸ਼ ਨਹੀਂ ਬਣ ਸਕਦਾ। ਇਸ ਨੁਕਸ ਬਾਰੇ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈਆਂ। ਗਲੀ ਜਿਨਾ ਜਪਮਾਲੀਆਂ ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਇਸ ਤੋਂ ਇਲਾਵਾ ਕਈ ਭਲੇ ਭਲੇਰਿਆਂ ਨਾ ਤਿਆਂ ਧਰਮ ਨੂੰ ਗਿਆਨ ਪੜ੍ਹਨ, ਗਿਆਨ ਖੋਜਣ, ਵਾਕਫੀਅਤ ਵਧਾਵਣ, ਗਿਆਨ ਘੋਟਣ, ਦਿਮਾਗੀ ਸਿੰਘ ਅੜਾਵਣ ਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਉਣ ਦਾ ਹੀ ਵਿਸ਼ਾ ਹੀ ਸਮਝਿਆ ਹੋਇਆ ਹੈ। ਹਾਂਜੀ, ਕਈ ਤਾਂ ਬਾਰਮੁਖੀ ਧਰਮ ਨੂੰ ਆਪਣੀ ਨਿੱਜੀ ਸਵਾਰਥ ਲਈ ਵਰਤਦੇ ਹਨ, ਪਰ ਕਈਆਂ ਨੇ ਤਾਂ ਇਸ ਨੂੰ ਆਪਣੀ ਵਾਕਫੀਅਤ ਵਧਾਵਣ, ਗਿਆਨ ਵਧਾਵਣ ਤੇ ਦੂਜਿਆਂ ਨੂੰ ਬਹਿਸ ਵਿੱਚ ਹਰਾਉਣ ਦਾ ਹੀ ਵਿਸ਼ਾ ਸਮਝਿਆ ਹੋਇਆ ਹੈ। ਇਸ ਤਰ੍ਹਾਂ ਧਾਰਮਿਕ ਅਗਿਆਨਤਾ ਦੀ ਵਜ੍ਹਾ ਨਾਲ ਹਉਮੈ ਨੂੰ ਘਟਾਉਣ ਦੀ ਬਜਾਏ ਇਹੋ ਜੀ ਸ਼੍ਰੇਣੀ ਆਪਣੇ ਹਉਮੈ ਨੂੰ ਹੋਰ ਪੱਠੀ ਪਾਏ ਜਾਂਦੇ ਹਨ ਅਤੇ ਇਲਾਹੀ ਧਰਮ ਦੇ ਉਦੇਸ਼ ਤੋਂ ਦੁਰੇੜੇ ਜਾ ਰਹੇ ਹਨ। ਦੂਜੇ ਪਾਸੇ ਰੱਬ ਦਾ ਪਿਆਰਾ ਜਗਿਆਸੂ ਆਪਣੇ ਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਬੇਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਵਾਲੇ ਉਪਦੇਸ਼ ਨੂੰ ਕਮਾਉਂਦਾ ਹੈ ਅਤੇ ਉਹ ਜੋ ਵੀ ਕਰਮ ਧਰਮ ਕਰਦਾ ਹੈ ਸਾਰੇ ਹੀ ਪਿਆਰ ਭਾਵਨਾ, ਪ੍ਰੇਮ ਸਵੈਪਨਾ, ਸੇਵਾ ਭਾਵਨੀ, ਦੇਵੀ ਵਲਵਲਿਆਂ, ਪ੍ਰੀਤ, ਚਾਓ, ਇਲਾਹੀ ਰਸ, ਆਤਮਿਕ ਰਸ, ਨਾਮ ਰੰਗ ਵਿੱਚ ਰੰਗੀਜ ਕੇ ਆਤਮਿਕ ਪਿਰਮ ਖੇਲ ਖੇਲਦਾ ਹੈ ਅਤੇ ਇਸ ਤਰ੍ਹਾਂ ਉਹ ਆਪਣਾ ਨਿੱਜੀ ਨਾਲ ਲਿਖਿਆ ਹੋਇਆ ਆਤਮਿਕ ਧਰਮ ਕਮਾਉਂਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਿਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ
ਸ਼ਬਦ ਦੀ ਜੀਵਨ ਰੌਂ ਵਿੱਚ, ਹੁਕਮ ਤੇ ਭਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਰਦਾ ਹੈ, ਕਿਰਿਆ ਕਰਦਾ ਹੈ, ਉਹ ਸਭ ਕੁਝ ਗੁਰੂ ਪ੍ਰਮਾਣਿਤ ਤੇ ਕਬੂਲ ਜਾਂ ਥਾਂ ਪੈਂਦਾ ਹੈ। ਹਾਂਜੀ, ਜਗਿਆਸੂ ਜਿਹੜਾ ਆਤਮਿਕ ਪ੍ਰੇਮ ਰਸ ਵਿੱਚ ਰੰਗਿਆ ਹੋਵੇ, ਸ਼ਬਦ ਦੀ ਜੀਵਨ ਰੌਂ ਵਿੱਚ ਵਿਚਰ ਰਿਹਾ ਹੋਵੇ ਤੇ ਇਲਾਹੀ ਹੁਕਮ ਦੇ ਭਾਣੇ ਵਿੱਚ ਕਰਮ ਕਿਰਿਆ ਤਾਂ ਇੱਕ ਪਾਸੇ, ਉਹ ਜੋ ਵੀ ਸੋਚਦਾ ਹੈ ਉਹ ਵੀ ਸਭ ਕੁਝ ਗੁਰੂ ਪ੍ਰਮਾਣਿਤ ਤੇ ਕਬੂਲ ਪੈਂਦਾ ਹੈ। ਫਿਰ ਦੁਹਰਾ ਦਈਏ, ਇਸ ਤਰ੍ਹਾਂ ਜਗਿਆਸੂ ਆਤਮਿਕ ਪ੍ਰੇਮ ਰਸ ਵਿੱਚ ਰੰਗਿਆ ਹੋਇਆ, ਉੱਚੀਆਂ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦਾ ਹੋਇਆ, ਨਾਮ ਦੇ ਪ੍ਰਕਾਸ਼ ਵਿੱਚ, ਸ਼ਬਦ ਦੀ ਜੀਵਨ ਰੌਂ ਵਿੱਚ, ਹੁਕਮ ਤੇ ਭਾਣੇ ਵਿੱਚ ਜੋ ਵੀ ਸੋਚਦਾ ਜਾਂ ਕਰਮ ਕਿਰਿਆ ਕਰਦਾ ਹੈ, ਉਹ ਸਭ ਕੁਝ ਗੁਰੂ ਪ੍ਰਮਾਣਿਤ ਕਬੂਲ ਜਾਂ ਥਾਂ ਪੈਂਦਾ ਹੈ ਅਤੇ ਉਹੀ ਉਸ ਦੀ ਨੇਕੀ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ, ਭਗਤੀ ਹੈ, ਕਾਲਨਾ ਹੈ, ਮੁਕਤੀ ਹੈ, ਜੁਗਤੀ ਹੈ, ਕਲਿਆਣ ਹੈ, ਜੀਵਨ ਹੈ, ਧਰਮ ਹੈ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਮਾਣ ਹੈ, ਜੋ ਨਾਮ ਰਹੇ ਲਿਵ ਲਾਏ। सतगुर की सेवा सफल है, जे को करे चित लाए। जिना अंतर हर हर प्रीत है, ते जन सुगड़ सियाणे राम राजे। जे बारों पुल चुक बोल दे, पीख हरे हर पाने। हाँ जी, जिना अंतर हर हर प्रीत है, ते जन सुगड़ सियाणे राम राजे। जे बारों पुल चुक बोल दे, पीख हरे हर पाने। सो ਇਹ ਕਿਹਨਾਂ ਜਗਿਆਸੂਆਂ ਦੀ ਗੱਲ ਹੈ ਜਿਹੜਾ ਸ਼ਬਦ ਦੀ ਜੀਵਨ ਰੌਂ ਵਿੱਚ, ਆਤਮਿਕ ਪ੍ਰੇਮ ਰਸ ਵਿੱਚ ਰੰਗਿਆ, ਹੁਕਮ ਤੇ ਭਾਣੇ ਵਿੱਚ ਵਿਚਰਦਾ ਹੈ, ਯਾਨੀ ਹੁਕਮ ਵਿੱਚ ਸੇਵਾ ਕਰਦਾ ਹੈ। ਹੁਕਮ ਨੂੰ ਸਮਝਣ ਲਈ ਇੱਕ ਉਦਾਹਰਣ, ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਭਰਪੂਰ ਹਨ, ਜਿਹਾ ਕਿ ਪ੍ਰਕਾਸ਼, ਗਰਮੀ, ਸ਼ਕਤੀ, ਜੀਵਨ ਰੌਂ ਆਦਿ। ਸੂਰਜ ਇਲਾਹੀ ਹੁਕਮ ਵਿੱਚ ਇਹਨਾਂ ਕਿਰਨਾਂ ਦੇ ਜ਼ਰੀਏ ਆਪਣੇ ਗੁਣਾਂ ਨੂੰ ਪ੍ਰਕਾਸ਼ਿਤ ਤੇ ਪ੍ਰਵਿਰਤ ਕਰਦਾ ਹੈ। ਇਸੇ ਤਰ੍ਹਾਂ ਕਿਰਨਾਂ ਆਪਣੇ ਸੋਮੇ ਸੂਰਜ ਦੇ ਸਾਰੇ ਗੁਣਾਂ ਨੂੰ ਇਲਾਹੀ ਹੁਕਮ ਵਿੱਚ ਸਹਿਜ ਸੁਭਾਏ ਸੁੱਤੇ ਸਿੱਧ ਸਾਰੇ ਸੰਸਾਰ ਨੂੰ ਵੰਡਦੀਆਂ ਹਨ। ਕਿਰਨਾਂ ਵੀ ਆਪਣੇ ਸੋਮੇ ਸੂਰਜ ਦੇ ਸਾਰੇ ਗੁਣਾਂ ਨੂੰ ਹੁਕਮ ਵਿੱਚ ਹੀ ਸਹਿਜ ਸੁਭਾਏ ਸੁੱਤੇ ਸਿੱਧ ਸਾਰੇ ਸੰਸਾਰ ਨੂੰ ਵੰਡਦੀਆਂ ਹਨ। ਇਸ ਇਲਾਹੀ ਹੁਕਮ ਦੀ ਕਾਰ ਵਿੱਚ ਕਿਰਨਾਂ ਦੀ ਕੋਈ ਸਿਆਣਪ ਜਾਂ ਵਿਉਂਤ ਨਹੀਂ ਹੈ। ਇਹਨਾਂ ਦੀ ਇਹ ਹੁਕਮੀ ਕਾਰ ਹੀ ਇਹਨਾਂ ਕਿਰਨਾਂ ਦੇ ਅੰਤਰਾਤਮੇ ਨਾਲ ਲਿਖਿਆ ਹੋਇਆ ਆਤਮਿਕ ਧਰਮ ਹੈ। ਸੋ ਕਿਰਨਾਂ ਨੇ ਇਹ ਆਪਣਾ ਆਤਮਿਕ ਧਰਮ ਕਿਤੋਂ ਬਾਹਰੋਂ ਪੜਿਆ ਪੜਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਜਾਣਿਆ, ਨਕਲ ਕੀਤਾ, ਘੜਿਆ, ਵਿਉਂਤਿਆ ਨਹੀਂ ਹੈ, ਬਲਕਿ ਇਹ ਤਾਂ ਕਿਰਨਾਂ ਦੀ ਹੋਣ ਦੇ ਨਾਲ ਹੀ ਗੁਪਤੀ ਤੌਰ ਤੇ ਪ੍ਰਵੇਸ਼ ਹੈ, ਛੁਪਿਆ ਹੋਇਆ ਹੈ, ਨਾਲ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਹੈ, ਹੁਕਮ ਦੀ ਕਾਰ ਹੈ ਜੋ ਕਿ ਅਣਜਾਣੇ ਸੁੱਤੇ ਸਿੱਧ ਆਪ ਮੁਹਾਰੇ ਹੋ ਰਹੀ ਹੈ। ਐਨ ਇਸੇ ਤਰ੍ਹਾਂ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਿਕ ਧਰਮ ਵੀ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਤੇ ਵਿਸ਼ਵ ਆਤਮਿਕ ਧਰਮ ਹੈ। ਫਿਰ ਦੁਹਰਾ ਦਈਏ ਕਿ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਦੀ ਕਿਰਨ ਹੈ, ਜਿਸ ਦੇ ਨਾਲ ਹੀ ਜੀਵ ਦਾ ਨਿੱਜੀ ਗੁਪਤ ਆਤਮਿਕ ਧਰਮ ਵੀ ਅੰਤਰ ਆਤਮੇ ਲਿਖਿਆ ਹੋਇਆ ਹੈ। ਉਸ ਇਲਾਹੀ ਅੰਤਰ ਆਤਮੇ ਹੁਕਮ ਨੂੰ ਬੁੱਝ ਕੇ ਉਸ ਦੇ ਬੇਖਰੀਦ ਹੁਕਮੀ ਬੰਦੇ ਬਣ ਕੇ ਇਲਾਹੀ ਹੁਕਮ ਦੇ ਭਾਣੇ ਵਿੱਚ ਚੱਲਣਾ ਹੀ ਇਨਸਾਨ ਦਾ ਇੱਕੋ ਇੱਕ ਗੁਪਤੀ ਨਾਲ ਲਿਖਿਆ ਅਟਲ, ਅਪੁੱਲ, ਸਦੀਵੀ, ਸਰਬੱਗ ਤੇ ਵਿਸ਼ਵ ਆਤਮਿਕ ਧਰਮ ਹੈ। ਜੀਵ ਦਾ ਇਹ ਆਤਮਿਕ ਧਰਮ ਬਾਹਰੋਂ ਪੜਿਆ ਪੜਾਇਆ, ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਵਿਉਂਤਿਆ, ਘੜਿਆ, ਠੋਸਿਆ ਜਾਂ ਬਦਲਿਆ ਨਹੀਂ ਜਾ ਸਕਦਾ, ਬਲਕਿ ਅਣਜਾਣੇ ਸਹਿਜ ਸੁਭਾਏ ਸੁੱਤੇ ਸਿੱਧ ਆਪ ਮੁਹਾਰੇ ਮੰਨਿਆ ਤੇ ਕਮਾਇਆ ਜਾ ਸਕਦਾ ਹੈ। ਪਰ ਮਨੁੱਖ ਆਪਣੇ ਕਰਮਾਂ ਕਰਕੇ ਹਉਮੈ ਦੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ
ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਭੁੱਲ ਕੇ ਬੇਮੁਖ ਹੋ ਗਿਆ ਹੈ ਅਤੇ ਆਪਣੀ ਸਿਆਣਪ ਨਾਲ ਆਪ ਹੁਦਰਾ ਹੋ ਕੇ ਆਪਣੇ ਹੀ ਭਾਣੇ ਵਿੱਚ ਚੱਲਦਾ ਤੇ ਦੁਖੀ ਹੋ ਰਿਹਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਹੁਕਮ ਨਾ ਜਾਣੇ ਬਪੜੇ, ਭੂਲੇ ਫਿਰੇ ਗਵਾਰ। ਮਨ ਹਟ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ। ਹੁਕਮ ਨਾ ਜਾਣੇ ਬਪੜੇ, ਭੂਲੇ ਫਿਰੇ ਗਵਾਰ। ਮਨ ਹਟ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ। ਸੋ ਮੂਲ ਗੱਲ ਹੈ ਹੁਕਮ ਕਮਾਉਣ ਦੀ। ਪਰ ਹੁਕਮ ਤਾਂ ਹੀ ਕਮਾਇਆ ਜਾਏਗਾ ਕਿ ਪਹਿਲਾਂ ਅੰਤਰ ਆਤਮੇ ਵਾਲੇ ਹੁਕਮ ਨੂੰ ਬੁੱਝਾਂਗੇ। ਉਹ ਬੁੱਝਣਾ ਕਿਵੇਂ ਹੈ, ਇਹ ਇੱਕ ਅਲੱਗ ਵਿਸ਼ਾ ਹੈ ਜੋ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਵਿਸ਼ੇ ਤੇ 9 ਲੇਖ ਲਿਖੇ ਹਨ। ਪਰ ਇਹ ਜਿਹੜਾ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ, ਇਹ ਸੀ ਲੇਖ ਨੰਬਰ 50, ਧਰਮ ਜਾਂ ਮਜ਼ਹਬ, ਭਾਗ 5ਵਾਂ। ਧਰਮ ਜਾਂ ਮਜ਼ਹਬ ਦੇ ਵਿਸ਼ੇ ਤੇ ਵੀ ਆਪ ਜੀ 11 ਲੇਖ ਲਿਖੇ ਹਨ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਿਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ। ਮਾਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਕਿਸਮਤ ਤੇ ਨਹੀਂ ਛੱਡਦੀ। ਹਾਂਜੀ।